ਉਹਨਾਂ ਦਾ ਆਗਮਨ ਮਾਤਾ ਸੁੰਦਰੀ ਜੀ ਦੇ ਕੁੱਖੋਂ ਹੋਇਆ ਹੈ। ਸਾਡੇ ਤੁਹਾਡੇ ਬਾਬਾ ਅਜੀਤ ਸਿੰਘ ਜੀ ਨੇ ਧਰਤੀ ਕਿਹੜੀ ਚੁਣੀ ਹੈ? ਪੌਂਟਾ ਸਾਹਿਬ ਦੀ। ਆਖੋ ਸਾਧਨਾ, ਜਿੱਥੇ ਉਹਨਾਂ ਦਾ ਆਗਮਨ ਹੋਇਆ 1686। ਉਦੋਂ ਭੰਗਾਣੀ ਦੀ ਜੰਗ ਕਈਆਂ ਲਿਖਿਆ ਜਿੱਤੀ ਸੀ ਤੇ ਕਈਆਂ ਨੇ ਲਿਖਿਆ ਵੀ ਹੋ ਰਹੀ ਸੀ। ਕਹਿੰਦੇ ਫਿਰ ਉਸ ਸਮੇਂ ਵਿੱਚ ਬਾਲਕ ਨੇ ਆਗਮਨ ਲਿਆ ਤੇ ਭੰਗਾਣੀ ਦਾ ਯੁੱਧ ਜਿੱਤਿਆ ਸੀ ਤੇ ਸਾਰੇ ਕਹਿੰਦੇ ਬਾਜਾਂ ਲਿਆ ਨਾਂ ਕੀ ਰੱਖੀਏ? ਕਹਿੰਦੇ ਯੁੱਧ ਜਿੱਤਿਆ, ਇਹਦਾ ਨਾਂ ਅਜੀਤ ਸਿੰਘ ਹੀ ਰੱਖ ਦਿਓ। ਸਾਹਿਬਜ਼ਾਦਾ ਅਜੀਤ ਸਿੰਘ ਜੀ ਬਚਪਨ ਤੋਂ ਹੀ ਗੁਰਬਾਣੀ ਵੱਲ ਧਿਆਨ, ਤਲਵਾਰਬਾਜੀ, ਤੀਰ ਅੰਦਾਜ਼ੀ, ਘੋੜ ਸਵਾਰੀ, ਇਹ ਸਭ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ 'ਚ ਬੈਠੇ। ਸਾਹਿਬਜ਼ਾਦਾ ਅਜੀਤ ਸਿੰਘ ਦੇ ਦਰਸ਼ਨ ਕਰਿਓ, ਉਹ ਵੀ ਬੈਠੇ ਹੈ। ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਉਮਰ 12 ਸਾਲ ਹੋ ਗਈ। ਉਹ ਦਰਬਾਰ 'ਚ ਕੋਈ ਐਂਟਰ ਹੋਇਆ ਤੇ ਜਿਵੇਂ ਇੱਕ ਬੰਦਾ ਹੁੰਦਾ ਨਾ ਵੀ ਆਪੇ ਤੋਂ ਬਾਹਰ, ਉਹ ਜਿਹੜਾ ਐਂਟਰ ਹੋਇਆ ਉਹਦੇ ਮੁਖ ਚੋਂ ਕੀ ਨਿਕਲਿਆ? ਅਤ ਦੁਖੀ ਦੀ ਪੁਕਾਰ, ਅਤ ਦੁਖੀ ਦੀ ਪੁਕਾਰ। ਦੋਵੇਂ ਹੱਥ ਖੜੇ ਕਰਕੇ ਉੱਤੇ ਬਾਬਾ ਜੀ ਬੈਠੇ ਦਰਬਾਰ ਚ, ਨਾਲ ਸਾਹਿਬਜ਼ਾਦਾ ਬੈਠੇ, ਸੰਗਤ ਬੈਠੀ। ਉਹਨੇ ਦੂਜੇ ਲਫ਼ਜ਼ ਕਹੇ ਜੀ, ਅਤ ਡੋਲੇ ਹੋਏ ਦੀ ਪੁਕਾਰ। ਤੀਜੇ ਲਫ਼ਜ਼ ਕਹੇ, ਅਤ ਮਰਨ ਕਿਨਾਰੇ ਆਏ ਹੋਏ ਦੀ ਪੁਕਾਰ। ਕਲਗੀ ਵਾਲਿਆ ਫਰਿਆਦੀ ਆਉਂਦੇ ਸੀ ਪਿਤਾ ਜੀ ਦੇ ਦਰਬਾਰ। ਜਦੋਂ ਵਿਰਲਾਪ 'ਚ ਬੋਲਿਆ, ਮੈਂ ਫਿਰ ਬੋਲਦਾ ਜੀ, ਅਤ ਦੁਖੀ ਦੀ ਪੁਕਾਰ, ਅਤ ਡੋਲੇ ਹੋਏ ਦੀ ਪੁਕਾਰ, ਅਤ ਮਰਨ ਕਿਨਾਰੇ। ਬਿਲਕੁਲ ਇਸ ਤਰ੍ਹਾਂ ਮਰਨ ਕਿਨਾਰੇ ਆਏ ਦੀ ਪੁਕਾਰ। ਸਾਡੇ ਤੁਹਾਡੇ ਗੁਰੂ ਗੋਬਿੰਦ ਸਿੰਘ ਬੋਲੇ, ਕੌਣ ਹੈ ਤੂੰ? ਆ ਸੁਣਿਓ ਕੌਣ? ਸਿੱਖੀ ਵੇਖੋ। ਬਾਬਾ ਜੀ ਕਹਿੰਦੇ ਕੌਣ ਹੈ ਤੂੰ? ਅੱਗੋਂ ਜਿਹੜਾ ਬੋਲਿਆ ਸੀ ਨਾ, ਅਤ ਦੁਖੀ ਦੀ ਪੁਕਾਰ, ਅਤ ਡੋਲੇ ਹੋਏ ਦੀ ਪੁਕਾਰ, ਅਤ ਮਰਨ ਕਿਨਾਰੇ ਆਏ ਹੋਏ ਦੀ ਪੁਕਾਰ। ਉਹ ਕੀ ਬੋਲਿਆ? ਗੁਰੂ ਗੋਬਿੰਦ ਸਿੰਘ ਜੀ, ਮੈਂ ਬ੍ਰਾਹਮਣ ਹਾਂ, ਹੁਸ਼ਿਆਰਪੁਰ ਦਾ ਰਹਿਣ ਵਾਲਾ, ਦੇਵਦਾਸ ਮੇਰਾ ਨਾਂ ਹੈ। ਹੁਣ ਗੁਰੂ ਗੋਬਿੰਦ ਸਿੰਘ ਬੋਲੇ, ਕੀ ਦੁੱਖ ਹੈ? ਕਹਿੰਦਾ ਮਹਾਰਾਜ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ, ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ, ਨਵੀਂ ਵਹੁਟੀ ਆਪਣੀ ਲੈ ਕੇ ਆ ਰਿਹਾ ਸੀ ਤੇ ਅੰਦਰ ਕਈ ਚਾਅ ਹੁੰਦਾ ਹੀ ਨਾ ਵਿਆਹ ਦੇ ਚਾਅ, ਅੰਦਰ ਕਈ ਚਾਅ ਪੈਦਾ ਹੋ ਰਹੇ ਸੀ ਵੀ ਮੇਰਾ ਘਰ ਵਸੇਗਾ, ਮੇਰਾ ਪਰਿਵਾਰ ਵਸੇਗਾ। ਮੁਕਲਾਵਾ ਲੈ ਕੇ ਪਿੰਡ ਬੱਸੀ ਦਾ ਪਠਾਨ ਜਾਬਰ ਖਾਂ ਜਿਹਦਾ ਨਾਂ ਹੈ, ਇਹ ਸੱਚੇ ਪਾਤਸ਼ਾਹ ਆਪਣੇ ਸਾਥੀਆਂ ਸਮੇਤ ਆਇਆ ਤੇ ਗਰੀਬ ਨਵਾਜ ਮੇਰੀ ਪਤਨੀ ਨੂੰ ਚੁੱਕ ਕੇ ਲੈ। ਅਗਲਾ ਸੀਨ ਸੁਣਿਓ ਜੀ, ਵੇਖਿਓ। ਮੈਂ ਬੜਾ ਹੀ ਰੋਇਆ, ਸਮਾਂ ਦੱਸ ਰਿਹਾ, ਮੈਂ ਬੜਾ ਹੀ ਕੁਰਲਾਇਆ। ਉਹਨੇ ਮੇਰੀ ਇੱਕ ਨਹੀਂ ਸੁਣੀ। ਉਹ ਕਹਿੰਦਾ ਮਹਾਰਾਜ ਮੈਂ ਪੈਂਚ ਕੋ ਵੀ ਗਿਆ ਤੇ ਕਾਜ਼ੀਆਂ ਕੋਲ ਵੀ ਗਿਆ। ਆਖੋ ਸਤਿਨਾਮ। ਕਿਸੇ ਕੋਲ ਵੀ ਮੇਰਾ ਮਸਲਾ ਹੱਲ ਨਹੀਂ ਹੋਇਆ। ਆਖੋ ਸਤਿਨਾਮ। ਕਿਸੇ ਮੇਰੀ ਪੁਕਾਰ ਨਹੀਂ ਸੁਣੀ। ਜਦੋਂ ਮੇਰੀ ਪਤਨੀ ਨੂੰ ਚੁੱਕ ਕੇ ਲੈ ਗਿਆ ਤੇ ਮੈਂ ਫਿਰ ਹਾਕਮਾਂ ਕੋਲ ਵੀ ਗਿਆ ਤੇ ਪਹਾੜੀ ਰਾਜਿਆਂ ਕੋਲ ਵੀ ਗਿਆ ਤੇ ਉਹ ਕਹਿੰਦੇ ਜਾਬਰ ਖਾਂ ਅੱਗੇ ਸਾਡੀ ਨਹੀਂ ਚੱਲਦੀ। ਹਾਕਮਾਂ ਕੋਲ ਵੀ ਗਿਆ ਤੇ ਪਹਾੜੀ ਰਾਜਿਆਂ ਕੋਲ ਵੀ।
ਉੱਥੇ ਵੀ ਮੇਰੀ ਸੁਣਵਾਈ ਨਹੀਂ ਹੋਈ। ਕਹਿੰਦਾ ਮਹਾਰਾਜ ਜਦੋਂ ਕਿਸੇ ਬੰਨੇ ਮੇਰੀ ਸੁਣਵਾਈ ਨਹੀਂ ਹੋਈ ਤੇ ਹੁਣ ਮੈਂ ਹਿੰਦੂ ਧਰਮ ਦੇ ਰੱਖਿਅਕ ਗੁਰੂ ਤੇਗ ਬਹਾਦਰ ਦੇ ਪੁੱਤਰ ਤੇ ਪੋਤਰੇ ਦੇ ਚਰਨਾਂ 'ਚ ਆਇਆ ਪੁਕਾਰ ਲੈ। ਹਾਏ ਹਾਏ ਉਹੀ ਰੱਖਿਆ ਹਿੰਦੂ ਧਰਮ ਦੇ। ਗੁਰੂ ਗੋਬਿੰਦ ਸਿੰਘ ਦੇ ਪੋਤਰੇ ਸਹਿਬ ਅਜੀਤ ਸਿੰਘ ਕੋਲ ਬੈਠੇ 12 ਸਾਲ ਉਮਰ ਲਈ। ਕਹਿੰਦਾ ਹੁਣ ਮੈਂ ਇਹਨਾਂ ਦੇ ਚਰਨਾਂ 'ਚ ਆਇਆ, ਮਹਾਰਾਜ ਮੇਰੀ ਪੁਕਾਰ ਸੁਣੋ। ਸੰਗਤ ਜੀ ਵਿਲ ਪਾਵਰ ਲੈ ਕੇ ਜਾਓ ਇਸ ਸਤਸੰਗ। ਗੁਰੂ ਗੋਬਿੰਦ ਸਿੰਘ ਨੇ ਮਿੱਠੀ ਗੋਲੀ ਦਿੱਤੀ, ਨਾਰਾ ਲਾਇਆ। ਨਾ ਉਹਨਾਂ ਦਾ ਵਾਸਤਾ, ਨਾ ਉਹਨਾਂ ਤੇ ਦੁੱਖ, ਨਾ ਉਹਨਾਂ ਤੇ ਭੀੜ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੀ ਮੰਗਦਾ? ਕਹਿੰਦੇ ਮਹਾਰਾਜ ਮੇਰੀ ਇਸਤਰੀ ਦਵਾ ਦਿਓ। ਆਖੋ ਸਤਿਨਾਮ, ਨਹੀਂ ਤੇ ਰੁੱਲ ਰੁੱਲ ਕੇ ਮਰ ਜਾਣਾ। ਆ ਪਿਤਾ ਜੀ ਬੈਠੇ ਆ, ਆ ਸਾਹਿਬਜ਼ਾਦਾ ਅਜੀਤ ਸਿੰਘ ਬੈਠੇ, ਤੇ ਸਾਡੇ ਬਾਬਾ ਗੁਰੂ ਗੋਬਿੰਦ ਸਿੰਘ ਨੇ ਇਸ਼ਾਰਾ ਕਿਧਰ ਕੀਤਾ? ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਕਹਿੰਦੇ ਇਹ ਬ੍ਰਾਹਮਣ ਦੇ ਦੁੱਖ ਮੇਟਣ ਦੀ ਸੇਵਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੁਸੀਂ ਝੋਲੀ 'ਚ ਪਵਾਓ। 12 ਸਾਲ ਕੀ ਉਮਰ। ਮਹਾਰਾਜ ਆਪਣੇ ਸਾਹਿਬਜ਼ਾਦੇ ਵੱਲ ਵੇਖ ਕੇ ਕਹਿੰਦੇ ਇਸ ਬ੍ਰਾਹਮਣ ਦੇ ਦੁੱਖ ਕੱਟਣ ਦੀ ਸੇਵਾ ਤੁਸੀਂ ਆਪਣੀ ਝੋਲੀ 'ਚ ਪਾਓ। ਸਾਹਿਬਜ਼ਾਦਾ ਅਜੀਤ ਸਿੰਘ ਖੜੇ ਹੋ ਗਏ। ਹੁਕਮ ਜਿਹੜੇ ਲਿਖੇ ਲਫ਼ਜ਼ ਮਹਾਰਾਜ ਕਹਿੰਦੇ 100 ਘੋੜ ਸਵਾਰ ਨਾਲ ਲੈ ਜਾਓ। ਆਖੋ ਸਾਹਿਬ। ਤੇ ਮਹਾਰਾਜ ਕਹਿੰਦੇ ਜਾਬਰ ਖਾਨ ਨੂੰ ਬੰਨ ਕੇ ਲਿਆਣਾ, ਪੇਸ਼ ਕਰਨਾ ਸਾਡੇ ਕੋਲ। ਆਖੋ ਸਾਹਿਬ। ਉਸ ਇਸਤਰੀ ਨੂੰ ਸਤਕਾਰ ਨਾਲ ਤੇ ਜਾਬਰ ਖਾਨ ਦੀਆਂ ਮੁਸ਼ਕਾਂ ਬੰਨ ਕੇ ਲੈ ਕੇ ਆਓ। ਅੱਜ ਇਹਦੇ ਦੁੱਖ ਦੀ ਸੇਵਾ ਤੁਸੀਂ ਝੋਲੀ। ਇਹ ਗੱਲਾਂ ਸੁਣ ਕੇ ਵੇਖੋ। 2000 ਸਾਲ ਦੇ ਜ਼ੁਲਮ ਦੇ ਰਾਜ ਨੂੰ ਅਗਰ ਤੋੜਿਆ, ਚੇਂਜ ਕੀਤਾ ਤੇ ਵਾਹਿਦ ਇੱਕ ਗੁਰੂ ਗੋਬਿੰਦ ਸਿੰਘ। ਆਖੋ ਸਾਹਿਬ। ਜਿਹੜਾ ਸਾਰਿਆਂ ਨੂੰ ਗੱਲ ਨਾਲ ਲਾਵੇ, ਘਰ ਗੁਰੂ ਨਾਨਕ ਦਾ। ਜਿਹੜਾ ਸਾਰਿਆਂ ਨੂੰ ਗੱਲ ਨਾਲ ਲਾਵੇ, ਘਰ ਗੁਰੂ ਨਾਨਕ ਦਾ। ਜਿਹੜਾ ਸਾਰ ਵੇਖੋ ਗੁਰੂ ਨਾਨਕ ਅੱਗੇ ਜੋ ਤੇਰੀ ਸਰਣਾਈ ਹਰ ਜੀਓ, ਦਿਨ ਤੂੰ ਰੱਖਣ ਜੋਗ। ਜਿਹੜਾ ਸ਼ਰਨ ਆ ਗਿਆ ਤੁਧ ਜੇ ਵੱਡ ਮੈਂ ਅਵਰ ਨਾ ਸੂਝੇ, ਨਾ ਕੋ ਹੋਆ ਨਾ ਭੋਗ। ਹਰ ਜੀਓ ਸਦਾ ਤੇਰੀ ਸਰਣਾਈ, ਹਰ ਜੀਓ ਸਦਾ ਤੇਰੀ ਸਰਣਾਈ। ਜਿਉ ਭਾਵੇ ਤਿਉ ਰੱਖੋ ਮੇਰੇ ਸੁਆਮੀ, ਇਹ ਤੇਰੀ ਵਡਿਆਈ। ਜਿਹੜਾ ਸਾਰਿਆਂ ਨੂੰ ਗੱਲ ਨਾਲ ਲਾਵੇ, ਘਰ ਗੁਰੂ ਨਾਨਕ ਦਾ। ਬੋਲੋ ਭੈਣੋ ਸਾਰਿਆਂ ਨੂੰ। ਵਾਹ। ਸੀਨ ਵੇਖੋ ਜੀ, ਖੀਰਲਾ ਸੀਨ। 12 ਸਾਲ ਦੀ ਉਮਰ ਕੀ ਹੋਈ। ਬਾਜਾਂ ਲਾ ਕਹਿੰਦਾ ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਪੁੱਤਰ ਨੂੰ, ਬੇਟਾ ਜੀ ਇਹ ਸੇਵਾ ਤੁਸੀਂ ਝੋਲੀ 'ਚ ਪਵਾਓ। 100 ਘੋੜ ਸਵਾਰ ਨਾਲ ਲੈ ਲਓ, ਜਾਬਰ ਖਾਨ ਨੂੰ ਬੰਨ ਕੇ ਲਿਆਉਣਾ। ਸਾਹਿਬਜ਼ਾਦਾ ਅਜੀਤ ਸਿੰਘ ਤੁਰਨ ਲੱਗੇ ਨਾ, ਤੇ ਬਾਜਾਂ ਵਾਲੇ ਕਹਿੰਦੇ ਸੁਣੋ। ਰੁਕ ਗਏ। ਬੇਟਾ ਜੀ ਸੁਣੋ। ਰੁਕ ਗਏ ਜੀ। ਹੁਕਮ। ਉਹ ਲਫ਼ਜ਼ ਸੁਣੇ ਜਿਹੜੇ ਬਾਜਾਂ ਵਾਲੇ ਨੇ ਬੋਲੇ। ਮਹਾਰਾਜ ਕਹਿੰਦੇ ਤੁਹਾਡੀ ਨਿਪੁੰਨਤਾ, ਆਪਣੇ ਸਾਹਿਬਜ਼ਾਦਿਆਂ ਨੂੰ ਕਹਿੰਦੇ ਤੁਹਾਡੀ ਨਿਪੁੰਨਤਾ ਤੇ ਸੂਰਬੀਰਤਾ ਦਾ ਪਹਿਲਾ ਇਮਤਿਹਾਨ ਹੈ। ਗੱਜ ਗਿਆ ਉਹ ਟਾਸਰਾ ਲੈ ਕੇ ਜਾਇਓ। ਮਹਾਰਾਜ ਕਹਿੰਦੇ ਜਾਬਰ ਖਾਨ ਦੇ ਕਿਲੇ ਨੂੰ ਬੇਟਾ ਜੀ ਘੇਰਾ ਪਾਉਣਾ, ਘੇਰਾ ਪਾ ਕੇ ਆਵਾਜ਼ਾਂ ਦੇਣਾ।
ਆਵਾਜ਼ਾਂ ਦੇ ਕੇ ਬਹੁਤਾ ਇੰਤਜ਼ਾਰ ਨਹੀਂ ਕਰਨਾ, ਜਕਾਰਿਆਂ ਦੀ ਗੂੰਜ ਵਿੱਚ ਨਾਲ ਹੀ ਹੱਲਾ ਕਰ ਦੇਣਾ। ਜੇ ਅੱਗੋਂ ਉਹ ਲੜਨ ਦੇ ਇੱਛੁਕ ਹੋਣ ਫਿਰ ਡਟ ਕੇ ਸ਼ਮਸ਼ੀਰ ਚਲਾਉਣੀ। ਇਹ ਕੋਈ ਸੌਖੇ ਕੰਮ ਹੈ? ਮੈਂ ਬੋਲ ਦਿਆਂਗਾ, ਆਪ ਜੀ ਸੁਣ ਲਓਗੇ, ਪਰ ਉਹ ਕਿਹੜਾ ਖਾਲੀ ਹੱਥ ਬੈਠਾ ਜਾਓ, ਜਿਹੜਾ ਇਹਦਾ ਜ਼ੁਲਮ ਕਰਦਾ ਉਹਨੇ ਵੀ ਕੋਈ ਰੱਖਿਆ। ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਘੇਰਾ ਪਾਇਆ ਤੇ ਫਿਰ ਸੀਨ ਲਿਖਿਆ ਵੀ ਉਹ ਜਦੋਂ ਜਕਾਰੇ ਬੁਲਾਏ, ਆਪਣੇ ਜਕਾਰੇ ਹੀ ਚੜ੍ਹਦੀ ਕਲਾ ਵਾਲੇ, ਕਹਿੰਦੇ ਅੱਧੇ ਪਚੱਧੇ ਪਠਾਨ ਭੱਜ ਗਏ, ਅੱਧੇ ਪਚੱਧੇ ਜ਼ਖਮੀ ਹੋ ਗਏ, ਇੱਕਦਮ ਹੱਲਾ। ਤੇ ਕਹਿੰਦੇ ਫਿਰ ਜਾਬਰ ਖਾਨ ਦੀਆਂ ਮੁਸ਼ਕਾਂ ਬਨ ਕੇ ਸਾਹਿਬਜ਼ਾਦਾ ਅਜੀਤ ਸਿੰਘ ਛੋਟੀ ਉਮਰੇ, ਕੀ ਉਮਰ ਹੁੰਦੀ 12 ਸਾਲ, ਉਸ ਬੱਚੀ ਨੂੰ ਸੁਰੱਖਿਅਤ ਲੈ ਗਏ, ਗੁਰੂ ਗੋਬਿੰਦ ਸਿੰਘ ਜੀ ਕੋ ਆਏ। ਉਹਦਾ ਮੁਕਲਾਵਾ ਬ੍ਰਾਹਮਣ ਵੀਰ ਦਾ ਹਵਾਲੇ ਕੀਤਾ। ਹੁਣ ਇਹ ਗੱਲ ਜੋ ਹੈ ਮੈਂ ਬੋਲ ਰਿਹਾ, ਮਹਾਰਾਜ ਕਹਿੰਦੇ ਇਸ ਜਾਬਰ ਖਾਨ ਨੇ ਇਤਨਾ ਵੱਡਾ ਪਾਪ ਕੀਤਾ, ਇਤਨਾ ਵੱਡਾ ਪਾਪ, ਇਹਨੂੰ ਸਾਹਮਣੇ ਖਿਲਾਰ ਕੇ ਤੀਰਾਂ ਨਾਲ ਵਿੰਨ ਦਿਓ। ਆਖੋ ਸਤਿਨਾਮ। ਤਾਂ ਕਿ ਕੋਈ ਪਠਾਨ ਮੁੜ ਕੇ ਕਿਸੇ ਧੀ ਭੈਣ ਤੇ ਗਲਤ ਅੱਖ ਦੀ ਜ਼ਰੂਰਤ ਨਾ ਕਰ ਸਕੇ। ਆਹ ਨੇ ਸਾਹਿਬਜ਼ਾਦਾ ਜੀ, ਆਹ ਹੈ ਗੁਰੂ ਗੋਬਿੰਦ ਸਿੰਘ ਦਾ ਘਰ। ਹੁਣ ਮਾੜਾ ਜਿਹਾ ਸੀਨ 6 ਮਹੀਨਿਆਂ ਤੋਂ ਉੱਤੇ ਹੋ ਗਿਆ, ਅਨੰਦਪੁਰ ਸਾਹਿਬ ਨੂੰ ਘੇਰਾ ਪਿਆ। ਪਹਾੜੀ ਰਾਜੇ ਸਲਾਹ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਕਿਲਾ ਖਾਲੀ ਕਰਾਉਣ ਲਈ, ਪਕੜਨ ਲਈ ਸਾਡੀਆਂ ਫੌਜਾਂ ਦਾ ਇੰਨਾ ਖਰਚਾ ਪੈ ਗਿਆ, ਖਜ਼ਾਨੇ ਖਾਲੀ ਹੋ ਗਏ। ਕਹਿੰਦੇ ਫਿਰ ਔਰੰਗੇ ਕੋਲੋਂ, ਮੁਗਲ ਬਾਦਸ਼ਾਹਾਂ ਕੋਲੋਂ ਲਿਖਿਆ ਵੀ ਨਿਯਮ ਪੱਤਰ ਲਿਖਵਾਇਆ, ਜਿਸ ਪੱਤਰ ਵਿੱਚ ਕੁਰਾਨ ਦੀ ਸਹੁੰ ਖਾਧੀ। ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ, ਉਹ ਹਿੰਦੂ ਵੀਰ ਸੀ, ਕਿਲਾ ਖਾਲੀ ਆਪ ਜੀ ਕਰ ਦਿਓ, ਅਸੀਂ ਜੰਗ ਨਹੀਂ ਲੜਨੀ। ਸਿੱਖ ਕਹਿਣ ਲੱਗੇ ਮਹਾਰਾਜ ਮੰਨ ਜਾਓ ਇਹਨਾਂ ਦੀ। ਕਲਗੀਧਰ ਕਹਿੰਦੇ ਨਾ ਕਰੋ ਵਿਸ਼ਵਾਸ, ਇਹ ਝੂਠੀਆਂ ਸੌਆਂ। ਉਹ ਕਹਿੰਦੇ ਮਹਾਰਾਜ ਹੁਣ ਭੁੱਖ ਵੀ ਕੱਟਣੀ ਔਖੀ, ਅੰਦਰ ਜੰਗ ਵੀ ਔਖੀ। ਮਹਾਰਾਜ ਕਹਿੰਦੇ 2 ਦਿਨ ਹੀ ਕੱਟ ਲਓ। ਮਹਾਰਾਜ ਨਹੀਂ ਹੁਣ ਮੰਨ ਲਓ। ਜੋ ਸਲਾਹ ਹੋਈ ਵੀ ਕਿਲਾ ਖਾਲੀ ਚਲੋ, ਦੇਖ ਲਓ ਭਾਈ ਇਹਨਾਂ ਦੀਆਂ ਸੌਆਂ ਝੂਠੀਆਂ। ਹੁਣ ਕਿਲਾ ਛੱਡਣ ਦੀ ਤਿਆਰੀ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜਦੋਂ ਕਿਲਾ ਛੱਡਣ ਲੱਗੇ, ਲਿਖਿਆ ਵੀ ਪਿੱਛੇ ਮੁੜ ਕੇ ਵੇਖਦੇ ਅਨੰਦਪੁਰ ਸਾਹਿਬ। ਫਿਰ ਪਿੱਛੇ ਮੁੜ ਕੇ ਵੇਖਦੇ। ਇਹ ਚੀਜ਼ਾਂ ਸੁਣ ਕੇ ਆਨੰਦ ਆਉਂਦਾ, ਮੈਂ ਤਾਂ ਬੋਲਦਾ। ਸਾਹਿਬਜ਼ਾਦਿਆਂ ਦਾ ਖਿਡਾਵਾ ਜਿਹੜਾ ਖਿਡਾਉਂਦਾ ਸੀ ਉਹਨਾਂ ਦਾ, ਉਹਦਾ ਨਾਂ ਸੀ ਭਾਈ ਚੰਪਾ ਸਿੰਘ। ਨਾਲ ਦੂਜਾ ਸਿੰਘ ਭਾਈ ਬੁੱਢਾ ਜੀ ਸੇਵਕ। ਉਹ ਸੇਵਕ ਕਿਸ ਮਾਰਦੇ ਸੀ, ਉਹ ਖਿਡਾਵਾ ਸੀ। ਭਾਈ ਚੰਪਾ ਸਿੰਘ ਜੀ, ਭਾਈ ਬੁੱਢਾ ਸਿੰਘ ਜੀ ਦੋਵੇਂ ਪੁੱਛਦੇ ਐ ਤੁਸੀਂ ਮਗਰ ਕਿਉਂ ਵੇਖ ਰਹੇ ਹੋ? ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਕਹਿੰਦੇ ਮਗਰ ਤਾਂ ਵੇਖ ਰਹੇ ਆ ਭਾਈ ਚੰਪਾ ਸਿੰਘ ਜੀ, ਭਾਈ ਬੁੱਢਾ ਸਿੰਘ ਜੀ ਸੇਵਕ ਜੀ, ਮਗਰ ਤਾਂ ਵੇਖ ਰਹੇ ਆ ਜਿਹੜੇ ਆਨੰਦਪੁਰ ਵਿੱਚ 17 ਸਾਲ ਆਨੰਦ ਮਾਣਿਆ, ਇੱਥੇ ਹੁਣ ਮੁੜ ਕੇ ਅਸੀਂ ਆਉਣਾ ਹੀ ਨਹੀਂ। ਆਖੋ ਸਤਿਨਾਮ। ਉਹ ਕਈ ਸਿੱਖ ਨਾ ਹੌਸਲਾ ਦੇਣ ਲੱਗੇ, ਨਹੀਂ ਨਹੀਂ ਅਸੀਂ ਥੋੜੇ ਦਿਨਾਂ ਨੂੰ ਫੇਰ ਆ ਜਾਣਾ। ਆਖੋ ਸਤਿਨਾਮ। ਤੇ ਕੁਝ ਸਿੱਖ ਕਹਿਣ ਲੱਗੇ ਇਹ ਦਰਗਾਹੀ ਰੂਹਾਂ ਨੇ ਜੋ ਇਹਨਾਂ ਨੇ ਬੋਲਿਆ, ਇਹਨਾਂ ਦੀ ਅੰਤਰਯਾਮਤ ਹੈ ਕਿ ਇੱਥੇ ਮੁੜ ਕੇ ਹੁਣ ਆਉਣਾ ਹੀ ਨਹੀਂ। ਆਖੋ ਸਤਿਨਾਮ। ਕਿਹੋ ਜਿਹੇ ਸਮੇਂ ਗੁਰੂ ਤੇ ਬੀਤੇ। ਹੁਣ ਜਦੋਂ ਕਿਲਾ ਛੱਡਿਆ ਜੀ, ਉਹਨਾਂ ਨੇ ਹਮਲਾ ਕਰਤਾ। ਉਹ ਸਭ ਸੌਹਾਂ ਝੂਠੀਆਂ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਵੀ ਜੰਗ ਸ਼ੁਰੂ ਹੋ ਗਈ।
ਜੇਕਰ ਉਹਨਾਂ ਦਾ ਚੱਲ ਰਿਹਾ। ਤੇ ਭਾਈ ਉਦੈ ਸਿੰਘ ਜੀ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਮਹਾਰਾਜ ਆਗਿਆ ਦੇ ਦਿਓ, ਸਾਹਿਬਜ਼ਾਦੇ ਨੂੰ ਮੈਂ ਕੱਢ ਕੇ ਲਿਆਵਾਂ। ਬਹੁਤ ਵੱਡਾ ਘੇਰਾ ਪੈ ਗਿਆ। ਮਹਾਰਾਜ ਕਹਿੰਦੇ ਆ ਗਿਆ। ਇਹ ਭਾਈ ਉਦੈ ਸਿੰਘ ਜੀ ਆਪ ਸ਼ਹੀਦ ਹੋ ਗਏ, ਪਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਕੱਢਣ ਵਿੱਚ ਸਫਲ ਹੋ ਗਏ। ਉਸ ਤੋਂ ਬਾਅਦ ਗਏ ਨੇ ਫਿਰ ਚਮਕੌਰ ਦੀ ਗੜੀ, ਕੱਚੀ ਗੜੀ। ਹੁਣ ਕੱਚੀ ਗੜੀ ਵਿੱਚ 40 ਕੇ 42 ਸਿੰਘ ਤੇ ਬਾਜਾਂ ਵਾਲਾ ਆਖੋ ਸਾਥਾਂ, ਦੋ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ, ਜੋਰਾਵਰ ਸਿੰਘ ਫਤਿਹ ਸਿੰਘ ਮਾਤਾ ਜੀ ਨਾਲ ਉਧਰ ਵਿਛੜ ਗਏ। ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਇੱਕ ਬੇਨਤੀ ਮੰਨ ਲਓ ਸਾਡੀ। ਗੁਰੂ ਗੋਬਿੰਦ ਸਿੰਘ ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਅਸੀਂ ਜੂਝਦੇ ਆ, ਅਸੀਂ 40 ਸਿੰਘ ਆਪੇ ਜੂਝਦੇ ਆ। ਮਹਾਰਾਜ ਅਸੀਂ ਜੂਝਦੇ ਆ, ਤੁਸੀਂ ਪੁੱਤਰਾਂ ਨੂੰ ਲੈ ਕੇ ਗੜੀ ਚੋਂ ਚਲੇ ਜਾਓ। ਉਹ ਫਿਰ ਟਹਿਲਦੇ ਬਾਜਾਂ ਲੈ ਕਹਿੰਦੇ ਭਾਈ ਦਇਆ ਸਿੰਘ ਤੂੰ ਕਿਹੜੇ ਪੁੱਤਰਾਂ ਦੀ ਗੱਲ ਕਰ ਰਿਹਾ? ਕਹਿੰਦੇ ਜੀ ਆ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ, ਇਹਨੂੰ ਲੈ ਕੇ ਗੜੀ ਚੋਂ ਨਿਕਲੋ, ਅਸੀਂ ਆਪੇ ਜੂਝਦੇ। ਤੇ ਗੁਰੂ ਗੋਬਿੰਦ ਸਿੰਘ ਜੀ ਅੱਗੋਂ ਕੀ ਜਵਾਬ ਦਿੰਦੇ ਨੇ, ਤੂੰ ਕਿਹੜੇ ਪੁੱਤਰਾਂ ਦੀ ਗੱਲ ਕਰਦਾ? ਉਹ ਦਇਆ ਸਿੰਘ ਤੁਸੀਂ ਵੀ ਸਾਰੇ ਮੇਰੇ ਪੁੱਤਰ ਹੋ, ਸਾਰੀ ਸੰਗਤ ਵੀ ਮੇਰੀ ਪੁੱਤਰ ਹੀ ਹੈ। ਐਡਾ ਪਿਆਰ ਕਰਦਾ, ਐਡਾ ਪਿਆਰ ਕਰਦਾ। ਗੁਰੂ ਗੋਬਿੰਦ ਸਿੰਘ ਵਰਗਾ ਕੋਈ ਹੋਏ ਤੇ ਨਾ ਕੋਈ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਸਾਰੀਆਂ ਭੈਣਾਂ ਗੁਰੂ ਗੋਬਿੰਦ ਵਾਰੇ ਗੁਰੂ ਹਾਂਜੀ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। 6 ਦਾ ਜਥਾ ਭੇਜਿਆ। 10 ਲੱਖ ਦਾ ਇਕੱਠ ਹੈ, ਪਰ ਆਪਾਂ ਸਵਾ ਵੀ ਕਹੀਏ ਨਾ, 6 ਨੂੰ ਸਵਾ ਤੇ ਗੁਣਾ ਦਿਓ ਤੇ 7.5 ਬਣਦਾ। ਇੱਥੇ ਬਚਨ ਪੂਰੇ ਕੀਤੇ 1.25 ਲੱਖ ਸੇ। ਇੱਕ ਦੋ ਜਥੇ ਭੇਜਣ ਤੋਂ ਬਾਅਦ ਨਾ ਸਾਹਿਬਜ਼ਾਦਾ ਅਜੀਤ ਸਿੰਘ ਕਹਿੰਦੇ ਮਹਾਰਾਜ ਮੇਰਾ ਨੰਬਰ ਵੀ ਲਾਓ, ਆਖੋ ਸਤਿਨਾਮ, ਮੈਨੂੰ ਵੀ ਭੇਜੋ। ਮਹਾਰਾਜ ਕਹਿੰਦੇ ਅੱਜ ਨਹੀਂ ਰੋਕਣਾ। ਸਾਹਿਬਜ਼ਾਦਾ ਅਜੀਤ ਸਿੰਘ ਅੱਜ ਨਹੀਂ ਮੈਂ ਰੋਕਾਂਗਾ। ਮਹਾਰਾਜ ਵੀ ਭੇਜੋ ਮੈਨੂੰ, ਮੇਰੇ ਜਥੇ ਨਾਲ ਕਿਹਨੂੰ ਭੇਜਣਾ? महाराज की कहते, हमने ही कहा था बाप को जान दीजिए धर्म पर, हमने ही कहा था बाप को जान दीजिए धर्म पर, लोग कहते हैं अब आपको जान दीजिए धर्म पर। गुरु गोविंद यार योगी, पहले पिता कटाया अब बेटे कटाऊंगा, नानक का बाग है खूने जिगर से सजाऊंगा। गुरु को करो तैयारी। साहिबजादा अजीत सिंह नाल 5 सिंह केड़े केड़े गए? भाई आलम सिंह, आखो सतनाम। दूजा सिंह केड़ा गया साहिबजादा अजीत सिंह जथे? भाई जवार सिंह, जिन्होंने गुरु गोबिंद सिंह ने खुश होके कहा सी ये मेरा महायोद्धा है, आखो सतनाम। तीजा सिंह केड़ा गया साहिबजादा अजीत सिंह जी दे नाल?
भाई ध्यान सिंह, आखो सतनाम। इनू महाराज ने खुश होकर कहा सी मेरा जोगी सिख है, आखो सतनाम। चौथा सिंह केड़ा गया साहिबजादा अजीत सिंह जी नाल, भाई सुखा सिंह जिन्हों गुरु गोबिंद सिंह ने खुश होकर कहा सी ये बंदूक दा उस्ताद है। पंजवां सिंह केड़ा गया भाई वीर सिंह जिन्हों गुरु गोबिंद सिंह ने खुश होकर आख्या सी ये मेरा बड़ा वड्डा तलवारी है, तलवार चलाने वाला, आखो सतनाम। ये पांच सिंह भाई आलम सिंह, जवार सिंह, ध्यान सिंह, सुखा सिंह, भाई वीर सिंह, ये साहिबजादे दे जथे दे नाल बस समाप्ति आन लगी है जी। साहिबजादा अजीत सिंह पंजां सिंघां नाल लगे इंज लड़े जरा सुनने वाला जेकर मुगलों दी फौजां जो आवाज आती है भी इंज लगता है ये गुरु साहब आप ने, दस्तार वगैरह 17 उम्र वड्डी, इंज लगता है गुरु गोबिंद सिंह आप ने। कहते इन्नी तेज शमशीर चला रहे थे साहिबजादा अजीत सिंह के मुगलों जो आवाज आई नहीं नहीं ये गुरु गोबिंद सिंह आप नहीं है, ये कोई गुरु गोबिंद सिंह को शक्तियां ने एक गुप्त शक्ति भेजी है, बंदा नहीं लड़ रहा है, गुप्त शक्ति लड़ रही है। गज के कह दो साथ। तीजा मुगल कहता नहीं है गुरु गोबिंद सिंह जी का पुत्र लगता है। चौथा कहता नहीं कोई दैवी शक्ति लड़ रही है। मेरा दिल करता सारी संगत बोलियो तेरे चारे लाला वर्गा ना कोई तेरे चारे वाहेगुरु 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 वाहेगुरु। ये गुप्त शक्ति आ गई, ये दैवी शक्ति इतना तेजी नाल। पिताजी हैं गड़ी दे उत्ते बह के शाबाश शाबाश शाबाश। हुण खीरली गल सुनियो ते तगड़ा जगारा छड्डियो ते विक जाओ साहिबजादियां दे। औरंगजेब वेले एक अखबार निकलता सी दरबारे मौला, उदों प्रेस नहीं सी, जिवें भी वो अखबार निकलती सी औरंगजेब वालों। उस अखबार का नाम सी दरबारे मौला। राइटर ने औरंगजेब वालों जी अखबार निकलती सी ना दरबारे मौला, ओदा हवाला दे के लिखिया है कि ओ अखबार जेड़ी दरबारे मौला ओदे विच की लिखिया अखबार च कि एक गुरु गोबिंद सिंह जी दा वड्डा सपुत्र साहिबजादा अजीत सिंह जेड़ा जंग दे मैदान च लड़िया, इन्ना क जूझ के लड़िया कि ये पहली वारी टोटल मुल्क विच एक मिसाल है। औरंगजेब दी अखबार ने लिखिया दरबारे मौला ने कि दुनिया विच एक मिसाल है कि उस साहिबजादे दे शरीर दे उत्ते 392 फट लगे सी। 392 फट साहिबजादा अजीत सिंह दे। एक जकारा दो शुकराने दा। आ साडा प्यो, आ साडे साहिबजादे फट समझ दियो। फट की है कृपान बाजी फट, दूजा फट, तीजा फट, चौथा फट, किते फट, सिर ते फट। 392 फट साहिबजादा अजीत सिंह जी नूं उस जंग दे मैदान विच शरीर ते लगे जिहदी दुनिया ते कोई मिसाल नहीं। तेरे चारे लाला वर्गा ना कोई, तेरे चारे घर घर ढंडोरा भेज दिओ मेरे शगन दा। मैं कहना इस तो परे कोई नहीं। साहिबजादा अजीत सिंह जी का सारा जीवन का चंद दर्शन शहीदी तक आप जी ने किए। तेरे चारे लाला वर्गा ना कोई,
कोई